ਜਿਹੜੀ ਸਿੱਖ ਕੌਮ ਹੈ, ਚਾਹੇ ਉਹ ਕਿਸਾਨ ਜਥੇਬੰਦੀ ਨਾਲ ਸੰਬੰਧ ਰੱਖਦੀ ਹੈ, ਚਾਹੇ ਕਿਸੇ ਜਥੇਬੰਦੀ ਨਾਲ ਸੰਬੰਧ ਰੱਖਦੀ, ਉਹਦਾ ਤਾਂ ਇੱਕ ਨਾਰਾ ਹੈਗਾ ਵੀ ਆਪ ਤੋਂ ਵੱਡੀ ਜਿਹੜੀ ਮਾਤਾ ਤੇ ਜਿਹੜੀ ਬਰਾਬਰ ਦੀ ਭੈਣ ਤੇ ਛੋਟੀ ਧੀ, ਇਹ ਸਾਡਾ ਇੱਕ ਨਾਰਾ ਹੈਗਾ ਭੈਣਾਂ ਦੇ ਪ੍ਰਤੀ ਔਰ ਬੱਚਿਆਂ ਧੀਆਂ ਦੇ ਪ੍ਰਤੀ। ਪਰ ਜਿਹੜੇ ਆ ਹੁਣ ਹਰਕਤ ਚੱਲ ਰਹੀ ਹੈ ਨਾ, ਇਹ ਬਹੁਤ ਮਾੜੀ ਹਰਕਤ 'ਤੇ ਆ ਗਏ ਆ। ਕਦੀ ਕੋਈ ਸ਼ੋਸ਼ਾ ਛੱਡ ਦੇਣਗੇ, ਕਦੀ ਕੋਈ ਸ਼ੋਸ਼ਾ ਛੱਡ ਦੇਣਗੇ। ਹੁਣ ਜਿਹੜਾ ਨਰਿੰਦਰ ਤੋਮਰ ਹੈ, ਉਹ ਕਹਿੰਦਾ ਮੈਂ ਨਵੀਂ ਪ੍ਰਪੋਜ਼ਲ ਤਿਆਰ ਕਰਕੇ ਭੇਜੀ ਹੈ। ਇਹ ਨਵੀਂ ਪ੍ਰਪੋਜ਼ਲ ਦਾ ਕੀ ਕਰਨਾ ਹੈਗਾ, ਜਦੋਂ ਅਸੀਂ ਸ਼ੁਰੂ ਤੋਂ 8 ਮਹੀਨੇ ਹੋ ਗਏ ਸਾਨੂੰ ਦਿੱਲੀ ਬੈਠਿਆਂ ਨੂੰ। ਜਿਹੜਾ ਅਸੀਂ ਸ਼ੁਰੂ ਤੋਂ ਸਾਡਾ ਇੱਕੋ ਪੁਆਇੰਟ ਹੈ ਵੀ ਜਿਹੜੇ ਕਾਲੇ ਕਾਨੂੰਨ ਰੱਦ ਕਰਕੇ ਆ ਜਾਓ, ਇਹ ਦੁਬਾਰਾ ਫਿਰ ਵੀ ਕੋਈ ਕਿਸੇ ਤਰੀਕੇ ਨਾਲ ਬਣ ਜਾਣਗੇ, ਉਹ ਰੱਦ ਕਰੋ। ਕੋਈ ਨਾ ਕੋਈ ਨਵੀਂ ਪ੍ਰਪੋਜ਼ਲ। ਹੁਣ ਐਸੀਆਂ ਹਰਕਤਾਂ ਆ ਗਏ, ਪਹਿਲਾਂ ਤੁਸੀਂ ਦੇਖਿਆ ਵੀ ਦਿੱਲੀ ਬਾਰਡਰਾਂ 'ਤੇ ਇਹਨਾਂ ਨੇ ਟਰੈਕਟਰ ਟਰਾਲੀਆਂ, 4 ਟਰਾਲੀਆਂ ਸਾੜੀਆਂ। ਆ ਹੁਣ ਪਿੱਛੇ ਫੇਰ ਇੱਕ ਆਪਣਾ ਕੱਲ੍ਹ ਹੀ ਖਬਰ ਆਈ ਹੈ ਕਿ ਜਿਹੜੀ ਸਟੇਜ ਪਿਛਲੀ ਹੈਗੀ ਉਹਦੇ 'ਤੇ ਹਮਲਾ ਕੀਤਾ ਗਿਆ, ਇੱਕ ਕਿਸਾਨ ਜਥੇਬੰਦੀ ਦੇ ਹਮਲੇ ਕਰਨ ਤੋਂ ਬਾਅਦ ਹੁਣ ਆਹ ਦੇਖੋ ਸਾਡੀ ਧੀ ਭੈਣ 'ਤੇ ਹਮਲਾ ਕੀਤਾ। ਇਹ ਕਿੰਨਾ ਕੁ ਮਾੜਾ ਕਹਿ ਦਈਏ, ਇਹ ਮਾੜੇ ਤੋਂ ਮਾੜਾ ਕੰਮ ਇਹਨਾਂ ਨੇ ਕੀਤਾ ਹੈਗਾ। ਪਰ ਇਹ ਜਿਹੜੇ ਸਿੱਟੇ ਨੇ ਨਾ, ਇਹ ਇਹਨਾਂ ਨੂੰ ਭੁਗਤਣੇ ਪੈਣਗੇ ਜੋ ਇਹ ਸਾਡੇ ਨਾਲ ਕਰ ਰਹੇ ਨੇ, ਕਿਉਂਕਿ ਕਾਲੇ ਕਾਨੂੰਨ ਨਹੀਂ, ਇਹ ਕਾਲੇ ਕਾਨੂੰਨ ਤਾਂ ਸਮਝੋ ਰੱਦ ਹੋ ਗਏ। ਇਹ ਰੱਦ ਹੋ ਗਏ। ਇਹ ਤਾਂ ਗੁਰੂ ਮਹਾਰਾਜ ਦੀ 10ਵੇਂ ਪਾਤਸ਼ਾਹ ਦੀ ਜਿਹੜੀ ਅਰਦਾਸ ਹੈ ਨਾ, ਅਰਦਾਸ ਦੇ ਵਿੱਚ ਲਿਖਿਆ ਹੈਗਾ, ਅਰਦਾਸ ਦੇ ਵਿੱਚ ਆਉਂਦਾ ਹੈਗਾ ਵੀ ਜਿਨ੍ਹਾਂ ਗੁਰਧਾਮਾਂ ਤੋਂ ਗੁਰੂ ਪੰਥ ਨੂੰ ਵਿਛੋੜਿਆ ਗਿਆ ਹੈ, ਖੁੱਲ੍ਹੇ ਦਰਸ਼ਨ ਦਿਦਾਰ ਜੇ ਪਰ ਖਾਲਸਾ ਨੂੰ ਬਖਸ਼ੋ। ਇਹ ਤਾਂ ਜਿਹੜੀ ਗੱਲ ਹੈਗੀ ਹੈ, ਇਹ ਤਾਂ ਮਹਾਰਾਜ ਨੇ ਆਪ ਵਿਧੀ ਬਣਾਈ ਹੈ। ਇਸ ਵਿਧੀ ਦੇ ਜ਼ਰੀਏ ਹੁਣ ਗੁਰੂ ਮਹਾਰਾਜ ਨੇ ਸਾਰੇ ਦਰਵਾਜ਼ੇ ਖੋਲ੍ਹਣੇ ਨੇ। ਇਹ ਦਿੱਲੀ ਜਿਹੜੀ ਹੈਗੀ, ਦਿੱਲੀ ਇਹ ਸਾਡੇ ਅੰਦਰ ਹੈ। ਆ ਜਿਹੜੇ ਪੰਜਾਬ ਦੇ ਮਹਾਰਾਜਾ ਰਣਜੀਤ ਸਿੰਘ, ਇਹ ਹੁਣ ਮਹਾਰਾਜਾ ਰਣਜੀਤ ਸਿੰਘ ਦਾ ਜਿਹੜਾ ਜਹਾਜ਼ ਹੈ ਉਹ ਆਉਣ ਜਾ ਰਿਹਾ। ਇਹ 10ਵੇਂ ਪਾਤਸ਼ਾਹ ਲੈ ਕੇ ਆਉਣਗੇ, ਉਹਦੀ ਕਿਰਪਾ ਨਾਲ ਹੀ ਆ ਰਿਹਾ। ਗੁਰੂ ਤੇਗ ਬਹਾਦਰ ਖੁਦ ਉੱਥੇ ਵੇਖ ਰਹੇ ਨੇ ਦਿੱਲੀ ਬਾਰਡਰਾਂ 'ਤੇ, ਤੇ 10ਵੇਂ ਪਾਤਸ਼ਾਹ ਦਾ ਹੱਥ ਹੈ, ਇਹਨਾਂ ਦਾ ਆਸ਼ੀਰਵਾਦ। ਜਿਹੜੇ ਲੰਗਰ ਨੇ ਉਹ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਚਲਾਏ ਨੇ। ਫਿਰ ਲੰਗਰ ਦੀ ਪ੍ਰਸ਼ੰਸਾ ਤੁਸੀਂ ਲਾ ਲਓ ਸਾਹਿਬ। ਜਿਹੜੀ ਸਿੱਖ ਕੌਮ ਹੈ, ਇਹ ਸੇਵਾ ਤੇ ਸਿਮਰਨ 'ਚ ਸੰਬੰਧ ਰੱਖਦੀ ਹੈ। ਇਹ ਸੇਵਾ ਤੇ ਸਿਮਰਨ ਦੇ ਨਾਲ ਜੇ ਕੋਈ ਇਹ ਛੇੜਛਾੜ ਕਰਨਗੇ ਤੇ ਇਸ ਨਤੀਜੇ ਇਹਨਾਂ ਨੂੰ ਭੁਗਤਣੇ ਪੈਣਗੇ। ਮੈਂ ਪੂਰਜੋਰ ਇਸ ਸ਼ਬਦਾਂ ਵਿੱਚ ਜੋ ਸਾਡੀ ਧੀ ਭੈਣ ਤੇ ਹੱਥ ਕੀਤਾ, ਇਹਦੀ मैं निंदा करता हाँ। भारतीय जनता पार्टी के लोग शायद ये भूल चुके हैं कि उनके घर में भी माँ बहन है। रामवीर भट्टी जी बुजुर्ग आदमी होने के बाद, एक समाज के सीनियर आदमी होने के बाद शायद वो इस चीज़ को भूल चुका है कि उसके घर में भी माँ बेटी है। कल जो हमारी बहन राजकौर गिर के साथ जो इन्होंने किया, वो बेटी बचाओ बेटी पढ़ाओ का नारा शायद बीजेपी के लोग गलत दे रहे हैं। उन्होंने इस नारे की परिभाषा का डेफिनेशन का पता नहीं। आज 5 व्यक्ति इसी बात को लेकर, जब तक प्रशासन रामवीर भट्टी और अन्य लोगों के खिलाफ जो फुटेज में है उनके खिलाफ अगर पर्चा दर्ज नहीं किया गया, तो आज सांकेतिक बुक हड़ताल है, नहीं तो हम मरण वर्त पर यहाँ बैठे हैं। और उससे भी काम नहीं चला तो मेरी संयुक्त मोर्चा के सीनियर लीडर राकेश टिकैत, गुरनाम चुरूनी जी, बलबीर राजोवाल से बात हो चुकी है। संयुक्त मोर्चा महापंचायत करेगा और शायद जैसे सिरसा, हिसार और दिल्ली के अंदर चलेगा, इसी प्रकार कंटिन्यू चंडीगढ़ के अंदर चलेगा। 87% ਸਾਡੀਆਂ ਸ਼ਹੀਦੀਆਂ, ਜਦੋਂ ਦੇਸ਼ ਆਜ਼ਾਦ ਹੋਇਆ 87% ਸਾਡੀਆਂ ਸ਼ਹੀਦੀਆਂ ਸਿੱਖਾਂ ਦੀਆਂ। ਇਹ ਜਿਹੜੀਆਂ ਸਰਕਾਰਾਂ ਇਹ ਸਾਡੇ ਨਾਲ ਸ਼ੁਰੂ ਤੋਂ ਵਿਤਕਰੇ ਕਰਦੀਆਂ ਆਈਆਂ, ਹੁਣ ਵੀ ਕੀਤਾ। ਇਹ ਭੈਣ ਦੇ ਨਾਲ ਦੇਖੋ, ਇੱਕ ਤਾਂ ਸਰਕਾਰ ਦਾ ਨਾਰਾ ਬੇਟੀ ਬਚਾਓ ਬੇਟੀ ਪੜਾਓ। ਅਸੀਂ ਦੇਖੋ, ਜੇ ਸਾਡੇ ਗੁਰੂ ਸਾਹਿਬ ਨੇ ਕਿਹਾ ਨਾ ਬੇਟੀ ਜੱਗ ਜਨਨੀ ਆ, ਤੇ ਅਸੀਂ ਉਹਨੂੰ ਔਰਤ ਨੂੰ ਸਤਿਮਾਨ ਦਿੰਦੇ ਆ, ਭਾਵੇਂ ਔਰਤ ਐਂਟੀ ਹੋਵੇ ਭਾਵੇਂ ਹੱਕ ਦੀ ਹੋਵੇ। ਜੇ ਸਰਕਾਰ ਨੇ ਕੱਲ ਨਾਰਾ ਦਿੱਤਾ ਹੋਇਆ ਬੇਟੀ ਬਚਾਓ ਬੇਟੀ ਪੜਾਓ, ਸਰਕਾਰ ਨੂੰ ਇਹਦੇ ਨਾਲ ਕੋਈ ਮਤਲਬ ਨਹੀਂ ਹੁੰਦਾ ਵੀ ਇਹ ਸਾਡੇ ਬਰਖਲਾ ਪਈ ਹੈ ਜਾਂ ਸਾਡੇ ਹੱਕ 'ਚ। ਉਸ ਟਾਈਮ ਤੇ ਇਸ ਚੀਜ਼ ਦਾ ਧਿਆਨ ਰੱਖਣਾ ਦਾ ਵੀ ਇਹ ਇੱਕ ਔਰਤ ਆ, ਔਰਤ ਦਾ ਹੀ ਸਨਮਾਨ ਕਰਨਾ। ਇਹਨਾਂ ਕੱਲ ਔਰਤ ਦੇ ਨਾਲ ਧੱਕਾ ਕੀਤਾ, ਔਰਤ ਦੀ ਗੁੱਤ ਪੁੱਟੀ, ਸਾਡਾ ਝੰਡਾ ਬਲੈਕ ਝੰਡਾ ਜਿਹੜਾ ਉਹਨੂੰ ਪਾੜਿਆ, ਥੱਲੇ ਸੁੱਟਿਆ ਪੈਰਾਂ 'ਚ। ਉਦੋਂ ਪਤਾ ਲੇਡੀ ਦੇ ਨਾਲ ਧੱਕਾ ਕੀਤਾ। ਇਹ ਵਿਰੋਧ ਦੇ ਵਿੱਚ ਅੱਜ ਤਾਂ ਹੀ 9 ਤੋਂ 7 ਭੁੱਖ ਹੜਤਾਲ ਤੇ ਬੈਠੇ ਆ 6 ਸਿੰਘ। ਜੇ ਸਰਕਾਰ 24 ਘੰਟਿਆਂ ਦੇ ਵਿੱਚ ਹੁਣ ਦੋਸ਼ੀਆਂ ਦੇ ਪਰਚੇ ਦਰਜ ਨਹੀਂ ਕਰਦੀ, ਫਿਰ ਅਸੀਂ ਅੱਗੇ ਵੀ ਕਰੜੇ ਫੈਸਲੇ ਲਵਾਂਗੇ ਔਰ ਅੱਗੇ ਵੀ ਭੁੱਖ ਹੜਤਾਲ ਤੇ ਪਵਾਂਗੇ। ਕੱਲ 28 ਸੈਕਟਰ ਦੇ ਵਿੱਚ ਅਨੁਰਾਗ ਠਾਕੁਰ ਜੀ ਆ ਰਹੇ ਸੀਗੇ, ਉਹਨਾਂ ਦੀ ਰੈਲੀ ਸੀਗੀ ਤੇ ਅਸੀਂ ਵਿਰੋਧ ਕਰਨ ਲਈ ਪਹੁੰਚੇ ਸੀ ਉੱਥੇ 7-8 ਜਾਣੇ। ਜਿਵੇਂ ਐਮਰਜੈਂਸੀ ਸੀਗੀ, ਜਿੰਨੇ ਜਾਣੇ ਪਹੁੰਚੇ ਅਸੀਂ। ਪੁਲਿਸ ਨੇ ਮੇਰੇ ਨਾਲ ਦੇ ਜਿਹੜੇ ਵੀਰ ਸੀਗੇ, ਕਿਰਪਾਲ ਬਾਈ ਹੋਰੀ, ਸਰਵੇਸ਼ ਹੋਰੀ, ਸਾਰੇ ਇਹਨਾਂ ਨੂੰ, ਕੁਲਦੀਪ ਹੋਰਾਂ ਨੂੰ ਚੱਕ ਲਿਆ। ਪਰ ਜਦੋਂ ਦੂਸਰਾ ਨੇ ਮੈਂ ਰਹਿ ਗਈ ਉੱਥੇ, ਕਿਉਂਕਿ ਇਹਨਾਂ ਕੋਲੇ ਲੇਡੀਜ਼ ਕਾਂਸਟੇਬਲ ਨਹੀਂ ਸੀਗੇ ਉੱਥੇ ਪ੍ਰਸ਼ਾਸਨ ਕੋਲੇ, ਤੇ ਮੈਂ ਵਿਰੋਧ ਕੀਤਾ। ਝੰਡੇ ਖੋਲੇ ਸਾਡੇ ਕੋਲੇ ਕਾਲੇ ਕੱਪੜੇ ਸੀ, ਅਸੀਂ ਉਹੀ ਦਿਖਾਏ। ਸਿਰਫ ਤੇ ਸਿਰਫ ਅਸੀਂ ਕਾਲਾ ਕੱਪੜਾ ਦਿਖਾ ਰਹੇ ਸੀਗੇ ਔਰ ਉੱਥੇ ਬੀਜੇਪੀ ਦੇ ਗੁੰਡਿਆਂ ਨੇ ਮੈਨੂੰ ਘੇਰ ਲਿਆ ਸਾਰਿਆਂ ਨੇ।
ठीक है। एक अरुणदीप सी सरदार मुंडा, सब तो पहला उन्हें बदतमीजी की, ਉਹਦੀਆਂ ਅੱਜ ਨਿਊਜ਼ਪੇਪਰ 'ਚ ਫੋਟੋਜ਼ ਵੀ ਆਈਆਂ ਨੇ ਬਦਤਮੀਜ਼ੀ ਕਰਦਿਆਂ ਦੀਆਂ। ਫਿਰ ਨਿਤਿਨ ਗਿੱਲਾ ਉਹਨੇ ਬਾਲ ਵੀ ਖਿੱਚੇ, ਪਿੱਛੋਂ ਸ਼ਰਟ ਵੀ ਖਿੱਚੀ, ਪਿੱਛੋਂ ਬਾਂਹ ਵੀ ਖਿੱਚੀ, ਝੰਡਾ ਮਤਲਬ ਉਹਨਾਂ ਨੇ ਮੈਨੂੰ ਪੂਰਾ ਮਤਲਬ ਇੱਕ ਤਰ੍ਹਾਂ ਦਾ ਪੂਰਾ ਹਰਾਸ਼ ਕੀਤਾ। ਤੇ ਜਿਹੜਾ ਰਾਮਵੀਰ ਹੈਗਾ ਭੱਟੀ, ਉਸ ਬੰਦੇ ਨੇ ਬਹੁਤ ਗੰਦੀ ਸ਼ਬਦਾਵਲੀ ਵਰਤੀ, ਬਹੁਤ ਹੀ ਜ਼ਿਆਦਾ। ਤੇ ਮੈਂ ਇਹ ਗੱਲ ਕਹਿੰਦੀ ਹਾਂ ਕਿ ਅਸੀਂ ਉਸ ਸਮਾਜ 'ਚ ਰਹਿੰਦੇ ਹਾਂ ਜਿੱਥੇ ਕਿ ਅਸੀਂ ਕਿਸੇ ਦਾ ਵਿਰੋਧ ਨਹੀਂ ਕਰ ਸਕਦੇ। ਜੇ ਅਸੀਂ ਵਿਰੋਧ ਕਰਾਂਗੇ ਤਾਂ ਸਾਡੀਆਂ ਇੱਜ਼ਤਾਂ ਨੂੰ ਹੱਥ ਪੈਣਗੇ। ਪਰ ਚੰਡੀਗੜ੍ਹ ਪ੍ਰਸ਼ਾਸਨ ਦੀ ਵੀ ਕੱਲ ਮੰਦਭਾਗੀ ਰਹੀ ਆ ਕਿ ਚੰਡੀਗੜ੍ਹ ਪੁਲਿਸ ਦੇ ਲੋਕ ਖੜਦੇ ਦੇਖਦੇ ਰਹੇ। ਉਹਨਾਂ ਨੇ ਇਹ ਨਹੀਂ ਦੇਖਿਆ ਕਿ ਇੱਕ ਕੁੜੀ ਨੂੰ ਗੁੰਡੇ ਘੇਰ ਕੇ ਖੜੇ, ਉਹ ਵੀ ਬੀਜੇਪੀ ਦੇ ਗੁੰਡੇ, ਵੀ ਅਸੀਂ ਪਹਿਲਾਂ ਕੁੜੀ ਵੱਲ ਦੇਖੀਏ। ਉਹਨਾਂ ਨੂੰ ਵੀ ਇਹ ਸੀਗਾ ਕਿ ਪਹਿਲਾਂ ਨਾਲ ਦੇ ਮੁੰਡਿਆਂ ਨੂੰ ਚੱਕੀਏ ਵੀ ਕਿਤੇ ਕਾਲਾ ਝੰਡਾ ਨਾ ਅਨੁਰਾਗ ਠਾਕਰ ਨੂੰ ਦਿਖ ਜੇ। ਉਹ ਫਿਕਰ ਸੀਗੀ, ਇਹ ਫਿਕਰ ਨਹੀਂ। ਭਾਵੇਂ ਉਸ ਜਗ੍ਹਾ ਤੇ ਉਹ ਬੰਦੇ ਮੇਰੇ ਨਾਲ ਕੁਝ ਵੀ ਕਰ ਸਕਦੇ ਸੀਗੇ, ਪਰ ਚੰਡੀਗੜ੍ਹ ਪ੍ਰਸ਼ਾਸਨ ਨੇ ਕੱਲ ਬੀਜੇਪੀ ਦਾ ਸਾਥ ਦਿੱਤਾ, 100% ਸਾਥ ਦਿੱਤਾ। ਪੁਲਿਸ ਉੱਥੇ ਸੀਗੀ। ਅਸੀਂ ਬੇਟੀ ਬਚਾਓ ਬੇਟੀ ਪੜ੍ਹਾਓ ਦਾ ਨਾਰਾ ਦਿੱਤਾ ਸੀ ਮੋਦੀ ਸਰਕਾਰ ਨੇ। ਇਹ ਬੇਟੀ ਬਚਾਓ ਬੇਟੀ ਪੜ੍ਹਾਓ ਆ ਜਿਹੜੇ ਬਲਾਤਕਾਰੀ ਨੇ ਔਰ ਕੁੜੀਆਂ ਦੀਆਂ ਛੇੜਛਾੜਾਂ ਕਰਦੇ ਨੇ, ਕੁੜੀਆਂ ਨਾਲ ਜ਼ਬਰਦਸਤੀਆਂ ਕਰਦੇ ਨੇ। ਜੇ ਅਸੀਂ ਅੱਜ ਆਪ ਬੋਲਾਂਗੇ ਤਾਂ ਸਾਡੇ ਨਾਲ ਇਹ ਕੁਝ ਹੋਊਗਾ। ਅਸੀਂ ਬੋਲਾਂਗੇ, ਸਾਡੀ ਆਵਾਜ਼ ਨਹੀਂ ਦਬਾ ਸਕਦੇ। ਰਾਜ ਕੌਰ ਦੀ ਆਵਾਜ਼ ਦਬਾਉਣੀ ਬਹੁਤ ਔਖੀ ਆ, ਜਿੱਦਣ ਮੌਤ ਹੋਊਗੀ ਉਦਣ ਆਵਾਜ਼ ਦਬੂਗੀ। ਇਦਾਂ ਹੀ ਹੌਸਲੇ ਬੁਲੰਦ ਰਹਿਣਗੇ। ਅੱਜ ਸਾਡੇ ਚੰਡੀਗੜ੍ਹ ਦੇ ਜਿਹੜੇ ਵੀਰ ਨੇ ਮਟਕਾ ਚੌਂਕ ਤੇ ਸਾਰੇ ਸਾਡੇ ਨਾਲ ਆ, ਜਿਹੜੇ ਇਹਨਾਂ ਭੁੱਖ ਹੜਤਾਲ ਤੇ ਬੈਠੇ ਆ ਕਿ ਜਿੰਨੀ ਦੇਰ ਤੱਕ ਸਾਡੀ ਭੈਣ ਨੂੰ ਇਨਸਾਫ ਨਹੀਂ ਮਿਲਦਾ, ਉਹਨਾਂ ਦੋਸ਼ੀਆਂ ਤੇ ਪਰਚੇ ਨਹੀਂ ਹੁੰਦੇ, ਉਹਨਾਂ ਨੂੰ ਅਰੈਸਟ ਨਹੀਂ ਕਰਦੇ, ਇਹ ਭੁੱਖ ਹੜਤਾਲ ਤੇ ਬੈਠੇ ਆ। ਅਦਰਵਾਈਜ਼ ਕਿਸਾਨ ਸੰਯੁਕਤ ਮੋਰਚੇ ਨੇ ਵੀ ਇਹ ਗੱਲ ਕਹੀ ਆ ਕਿ ਅਗਰ 22 ਤਰੀਕ ਤੱਕ ਉਹ ਅਰੈਸਟ ਨਹੀਂ ਹੁੰਦੇ, ਉਹਨਾਂ ਤੇ ਪਰਚੇ ਨਹੀਂ ਪੈਂਦੇ, ਤਾਂ 23 ਤਰੀਕ ਨੂੰ ਕੋਈ ਬਿਗ ਕਾਲ ਦਿੱਤੀ ਜਾਊਗੀ, ਜਿਹਦਾ ਜ਼ਿੰਮੇਵਾਰ ਚੰਡੀਗੜ੍ਹ ਪ੍ਰਸ਼ਾਸਨ ਹੋਊਗਾ, ਚੰਡੀਗੜ੍ਹ ਦਾ ਐਸਐਸਪੀ ਹੋਊਗਾ। ਕਿਉਂਕਿ ਜਿੱਦਣ ਅਸੀਂ ਵਿਰੋਧ ਕਰਦੇ ਆ ਸਾਡੇ ਤੇ ਬਿੰਦ 'ਚ ਪਰਚੇ ਠੋਕ ਦਿੰਦੇ ਆ। ਅੱਜ ਉਹਨਾਂ ਬੰਦਿਆਂ ਨੇ ਇੰਨੀ ਗਲਤ ਹਰਕਤ ਕੀਤੀ ਆ, ਉਹਨਾਂ ਨੂੰ ਕਿਉਂ ਨਹੀਂ ਚੱਕਿਆ ਗਿਆ? ਸਾਨੂੰ ਤਾਂ ਘਰਾਂ 'ਚੋਂ ਚੱਕ ਕੇ ਚੰਡੀਗੜ੍ਹ ਪ੍ਰਸ਼ਾਸਨ ਲੈ ਕੇ ਆਇਆ ਸੀ। ਅੱਜ ਉਹਨਾਂ ਬੰਦਿਆਂ ਨੇ ਇੰਨਾ ਗਲਤ ਬੋਲਿਆ। ਉਹਨਾਂ ਦੀ ਵਾਰੀ 144 ਵੀ ਕਿੱਥੇ ਗਈ, 188 ਵੀ ਕਿੱਥੇ ਗਈ, ਸਾਡੇ ਵਾਰੀ 144 ਹੈ। 144 ਦਫਾ ਲੱਗਦੀ। ਸਭ ਤੋਂ ਜ਼ਿਆਦਾ ਮੰਦਭਾਗੀ ਇਹ ਆ ਕਿ ਮੈਂ ਇੱਕ ਕੁੜੀ ਆ, ਮੈਨੂੰ ਉਹਨਾਂ ਨੇ ਤਾਂ ਘੇਰਿਆ, ਪਰ ਅਸੀਂ ਮਾਈ ਭਾਗੋ ਦੀਆਂ ਵਾਰਸਾਂ। ਸਾਡੇ ਉੱਤੇ ਉਹਨਾਂ ਨੂੰ ਇਹ ਨਾ ਸੋਚ ਲੈਣ ਕਿ ਅਸੀਂ ਕਮਜ਼ੋਰ ਆ। ਅਸੀਂ ਦਸਮ ਪਿਤਾ ਦੀ ਔਲਾਦ ਆ, ਨਾ ਦਬੇ ਆ ਨਾ ਦਬਾਂਗੇ। ਜਿੱਤ ਸਾਡੀ ਪੱਕੀ ਆ, ਐਲਾਨ ਹੋਕਾ ਬਾਕੀ ਹੈ। ਅਸੀਂ ਜਿੱਤਾਂਗੇ ਜ਼ਰੂਰ, ਜਾਰੀ ਜੰਗ ਰੱਖਿਓ। ਕਿ ਸਾਰੀ ਵਿਜੇ ਸਰਕਾਰ ਨੂੰ ਪਾਣੀ ਦੇ ਵਿੱਚ ਨੱਕ ਡੋਬ ਕੇ ਮਰ ਜਾਣਾ ਚਾਹੀਦਾ ਹੈ। ਉਹ ਸਿੰਘਾਂ ਨਾਲ ਤੁਸੀਂ ਲੜਾਈਆਂ ਕਰਦੇ ਆ, ਜਿਨ੍ਹਾਂ ਦੀਆਂ ਧੀਆਂ ਭੈਣਾਂ ਨੇ ਘੋੜਿਆਂ ਤੇ ਚੜ ਕੇ ਜਾ ਕੇ ਯੁੱਧਾਂ ਦੇ ਵਿੱਚ ਲੜਾਈਆਂ ਕੀਤੀਆਂ, ਆਪਣੀਆਂ ਜਾਨਾਂ ਵਾਰੀਆਂ। ਲੜਾਂਗੇ ਜਾਂ ਮਰਾਂਗੇ, ਇੱਕ ਪਾਸੇ ਕਰਾਂਗੇ। ਜੈ ਜਵਾਨ ਜੈ ਜਵਾਨ। ਜਿਸ ਤਰ੍ਹਾਂ ਸਾਡੀ ਬੀਬੀ ਨੂੰ ਭੈਣ ਨੂੰ ਬਾਲਾਂ ਤੋਂ ਫੜ ਕੇ ਖਿੱਚਿਆ ਗਿਆ, ਅਗਰ ਉਸ ਟਾਈਮ ਕੋਈ ਹੋਰ ਹੁੰਦਾ ਤਾਂ ਉੱਥੇ ਖੂਨ ਖਰਾਬਾ ਹੋ ਸਕਦਾ ਸੀ। ਇਹ ਸਾਡੇ 10 ਪਿਤਾ ਨੇ ਸਿੱਖਿਆ ਦਿੱਤੀ ਹੋਈ ਹੈ ਕਿ ਲੜਨਾ, ਆਰਾਮ ਨਾਲ ਲੜਨਾ, ਪਿਆਰ ਨਾਲ ਲੜਨਾ, ਏਕੇ ਨਾਲ ਲੜਨਾ, ਜਾਤੀ ਨਹੀਂ ਕਰਨੀ। ਇਹ ਸ੍ਰੀ ਸਾਹਿਬ ਦਿੱਤੀ ਹੋਈ ਹੈ, 5 ਕਕਾਰ ਆਪਣੀ ਰੱਖਿਆ ਲਈ ਦਿੱਤੀ ਹੋਈ ਹੈ। ਲੇਕਿਨ ਇਹਨੂੰ ਨਜਾਇਜ਼ ਨਹੀਂ ਵਰਤਣਾ, ਇਹਨੂੰ ਉਦੋਂ ਵਰਤਣਾ ਜਦੋਂ ਤੁਹਾਡੇ ਤੇ ਭੀੜ ਪਵੇ। ਪਰ ਸਾਡੀ ਬੀਬੀ ਨੇ ਕੁਝ ਨਹੀਂ ਕੀਤਾ। ਉਹ ਕਿੱਡੀ ਸ਼ਰਮ ਵਾਲੀ ਗੱਲ ਹੈ ਕਿ ਸਾਡੀ ਧੀ ਨੂੰ ਬਾਲਾਂ ਤੇ ਫੜ ਕੇ ਉਹ ਗੁੰਡੇ ਪਿੱਛੇ ਖਿੱਚ ਰਹੇ ਨੇ। ਜੇ ਉੱਥੇ ਅਸੀਂ ਸ਼ਾਇਦ ਹੁੰਦੇ ਤਾਂ ਇਹ ਕੰਮ ਨਾ ਹੁੰਦਾ, ਮਰ ਜਾਂਦੇ, ਇੱਕ ਪਾਸੇ ਕਰ ਜਾਂਦੇ। ਠੀਕ ਹੈ। ਓਏ ਬੀਜੇਪੀ ਗੁੰਡਿਆਂ ਨੂੰ ਸ਼ਰਮ ਹੋਣੀ ਚਾਹੀਦੀ, ਖਾਸ ਕਰਕੇ ਟੰਡਨ ਨੂੰ ਸ਼ਰਮ ਹੋਣੀ ਚਾਹੀਦੀ ਹੈ, ਜਿਹਦੇ ਸ਼ਹਿਰ ਦੇ ਵਿੱਚ ਇਹ ਕੁਛ ਹੋਇਆ। ਉਹ ਟੰਡਨ ਦੇ ਘਰ ਮਾਂ ਨਹੀਂ, ਭੈਣ ਨਹੀਂ, ਧੀ ਨਹੀਂ ਹੈਗੀ। ਉਹ ਜਿਹਨੇ ਧੀ ਦੀ ਸ਼ਰਮ ਨਾ ਕੀਤੀ, ਧੀ ਦੀ ਇੱਜ਼ਤ ਨੂੰ ਹੱਥ ਪਵਾਇਆ ਗੁੰਡਿਆਂ ਤੋਂ। ਉਹ ਲਿਆਓ ਜਿਹੜਾ ਗੁੰਡਾ ਕੱਲ ਸਾਡੀ ਧੀ ਦੀ ਇੱਜ਼ਤ ਨੂੰ ਹੱਥ ਪਾਉਂਦਾ ਸੀ, ਬਾਲ ਫੜ ਕੇ ਖਿੱਚਦਾ ਸੀ, ਅਗਰ ਉਹਦੀ ਹਿੰਮਤ ਹੈ ਇੱਥੇ ਚੁਰਾਹੇ ਦੇ ਵਿੱਚ ਆ ਕੇ ਆਵੇ, ਆਪਣੀ ਮਾਂ ਨੂੰ ਲਿਆਵੇ, ਭੈਣ ਨੂੰ ਲਿਆਵੇ, ਆਪਣੀ ਧੀ ਨੂੰ ਲਿਆਵੇ, ਦੱਸਾਂਗੇ ਝੁੰਡੇ ਪੱਟ ਕੇ ਬਰਾਬਰ। ਉਹ ਸਾਡੇ ਲਈ 144 ਦਫਾ
ਅਸੀਂ ਇਨਸਾਫ ਮੰਗਦੇ ਆ। ਅਸੀਂ ਸ਼ਾਂਤਮਈ 48 ਸੈਕਟਰ ਚ ਕੀਤਾ, ਹਰ ਧਰਨੇ ਤੇ ਸ਼ਾਂਤਮਈ ਰਹੇ ਆ, ਪਰ ਹੁਣ ਸ਼ਾਂਤੀ ਨਹੀਂ ਵਰਤਾਂਗੇ। ਜੇ ਅੱਜ ਦੂਜੀ ਵਾਰੀ ਇਹ ਕੇਸ ਕੀਤਾ, ਅਸੀਂ ਧੀਆਂ ਭੈਣਾਂ ਦੀ ਇੱਜ਼ਤ ਲਈ ਹਾਜ਼ਰ ਹਾਂ। ਇਹ ਸਾਡੀ ਕੋਈ ਗਲਤੀ ਨਹੀਂ ਹੋਏਗੀ, ਇਹ ਪ੍ਰਸ਼ਾਸਨ ਜ਼ਿੰਮੇਵਾਰ ਹੋਏਗਾ। ਅਗਰ ਸਾਡੀ ਕਿਸੇ ਧੀ ਭੈਣ ਦੀ ਇੱਜ਼ਤ ਨੂੰ ਹੱਥ ਪਾਇਆ, ਅਸੀਂ ਕੱਲ ਗੁੱਤ ਫੜ ਲਈ, ਅੱਜ ਗੁੱਤ ਨਹੀਂ ਫੜਨ ਦੇਵਾਂਗੇ। ਹਿੰਮਤ ਹੈ ਤੇ ਆ ਜਾਣ ਸਾਡੀਆਂ ਗੁੱਤਾਂ ਫੜਨੇ ਲਈ।